अच्छा बच्चा ਜਿਹੜਾ ਕੋਸ਼ਿਸ਼ ਕਰੋ ਕਿ ਸਾਈਵਾਲ ਨਸਲ ਚ ਹੋਵੇ, ਉਹਦੇ ਹੱਡ ਪੈਰ ਖੁੱਲੇ ਹੋਣ, ਉਹਦਾ ਕੱਦ ਉੱਚਾ ਹੋਵੇ। ਦੇਖੋ ਜੀ, ਸਾਡੇ ਜਿਹੜੇ ਉਸਤਾਦ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ, ਉਹਨਾਂ ਨੇ ਇਹ ਚੀਜ਼ ਦੱਸੀ ਹੈ ਕਿ ਅਗਰ ਬਛੜਾ ਹੈ ਉਹਦੀ ਹੱਡੀ ਵਧਾਉਣਾ ਮੁਸ਼ਕਲ ਹੁੰਦਾ। ਹੱਡੀ ਵਧੀ ਹੋਵੇ ਉਹਦੇ ਉੱਤੇ ਮਾਸ ਚੜਾਉਣਾ ਜਿਹੜਾ ਨਾ ਉਹ ਆਸਾਨ ਹੁੰਦਾ ਬਨਿਸਬਤ ਕਿ ਉਹਦੀ ਹੱਡੀ ਜਿੱਡਾ ਛੋਟਾ ਬੱਚਾ ਲਵੋਗੇ ਉਹਦੀ ਹੱਡੀ ਵੱਡੀ ਕਰਦਿਆਂ ਟਾਈਮ ਲੱਗਦਾ। ਤੇ ਜਦੋਂ ਤੁਸੀਂ ਵੱਡੀ ਹੱਡੀ ਹੈ, ਉਹਦੀ ਉੱਚਾ ਕੱਦ ਹੈ, ਉਹਦਾ ਹੱਡ ਪੈਰ ਖੁੱਲਾ, ਤੁਸੀਂ ਜ਼ਾਹਰੀ ਗੱਲ ਹੈ ਉਹਦੀ ਸੇਵਾ ਕਰੋਗੇ, ਉਹਨੂੰ ਅੱਛੀ ਖੁਰਾਕ ਦਿਓਗੇ, ਉਹ ਉਸ ਹਿਸਾਬ ਨਾਲ ਜਿਹੜਾ ਨਾ ਉਹ ਆਪਣੀ ਫੈਟਿੰਗ ਕਰੇਗਾ ਔਰ ਜ਼ਿਆਦਾ ਖੂਬਸੂਰਤ ਹੋਏਗਾ ਔਰ ਤੁਹਾਨੂੰ ਜ਼ਿਆਦਾ ਮੁਨਾਫਾ ਬਖਸ਼ ਹੋਏਗਾ। ਜਿਹੜਾ ਈਦ ਵਾਲਾ ਉਹ ਜਿੰਨੀ ਤੁਸੀਂ ਖੂਬਸੂਰਤੀ ਹੈ ਉਹਦੀ, ਜਿੰਨੀ ਉਹਦੀ ਮਿਹਨਤ ਹੈ, ਉਹ ਤੁਹਾਨੂੰ 10,000 ਤੋਂ ਲੈ ਕੇ 50,000 ਤੱਕ ਵੀ ਬੱਚਾ ਛੱਡ ਦਿੰਦਾ। ਅਸੀਂ ਜੀ ਜਿਹੜਾ ਵੰਡਾ ਖੁਦ ਤਿਆਰ ਕਰ ਰਹੇ ਹਾਂ, ਉਹਦੇ ਵਿੱਚ ਮਕਈ ਹੈ, ਉਹਦੇ ਵਿੱਚ ਚੋਖਰ ਹੈ, ਉਹਦੇ ਵਿੱਚ ਤੋਰੀਆ ਹੈ, ਉਹਦੇ ਵਿੱਚ ਕਨੋਲਾ ਹੈ, ਉਹਦੇ ਵਿੱਚ ਰਾਈਸ ਪਾਲਿਸ਼ ਹੁੰਦੀ ਹੈ, ਉਹਦੇ ਵਿੱਚ ਮਿਨਰਲਸ ਨੇ, ਉਹਦੇ ਵਿੱਚ ਜਿਹੜੇ ਹੁੰਦੇ ਨੇ ਡੀਸੀਪੀ ਪਾਊਡਰ ਵਗੈਰਾ ਸਾਰਾ ਕੁਝ ਹੁੰਦਾ ਹੈ। अस्सलाम वालेकुम। वालेकुम सलाम जी। सर की हाल है? अल्हम्दुलिल्लाह। जनाब दा की नाम है? मेरा नाम जनाब अकमल रऊफ है ते मेरा अहमद कैटल फार्म के नाम तो फार्म है, टोटली बछड़ियां दा फार्म है ते अल्हम्दुलिल्लाह मैनू ये काम करदे तकरीबन 7-8 साल हो गए। माशाअल्लाह। सर ਇਹ ਜਿਹੜਾ 7-8 ਸਾਲ ਦਾ ਤਜਰਬਾ ਹੈ, ਇਹ ਤਜਰਬਾ ਕਿਹਦਾ ਰਿਹਾ? ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਇਹ ਕੰਮ ਕਿਹਦਾ ਹੈ? अल्हम्दुलिल्लाह जी, बड़ा अच्छा काम है जी, फायदामंद काम है। थोड़ी जी मेहनत जरूर है और मेहनत तुसी जिस काम च करोगे अल्लाह पाक ਉਹਦੇ ਚ ਰਿਜ਼ਕ ਦਿੰਦਾ और अल्हम्दुलिल्लाह अल्लाह पाक रिजक दे ਰਿਹਾ। ਸਰ ਮਾਸ਼ਾਅੱਲਾ, ਇਸ ਟਾਈਮ ਜਿਹੜੇ ਤੁਹਾਡੇ ਜਾਨਵਰ ਨੇ ਬੜੇ ਸੋਹਣੇ ਤਿਆਰ ਨੇ, ਸਿਹਤਮੰਦ ਨੇ ਤੇ ਖੂਬਸੂਰਤ ਨੇ। ਇਹ ਤੁਸੀਂ ਈਦ ਵਾਸਤੇ ਤਿਆਰ ਕਰਦੇ ਹੋ ਪਏ। ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੀ ਸਾਡੀ ਵੀਡੀਓ ਵੇ, ਅਸੀਂ ਜਿਹੜੇ ਜਾਨਵਰ ਈਦ ਵਾਸਤੇ ਤਿਆਰ ਹੁੰਦੇ ਨੇ ਉਹਨਾਂ ਤੇ ਫੋਕਸ ਕਰੀਏ। ਸਭ ਤੋਂ ਪਹਿਲੇ ਸਾਰਾ ਦੱਸੋ ਕਿ ਜਿਹੜਾ ਜਾਨਵਰ ਈਦ ਵਾਸਤੇ ਤਿਆਰ ਕਰਨਾ ਹੈ ਉਹਦੀ ਖਰੀਦਦਾਰੀ ਕਿੱਥੋਂ ਕਰੀਏ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਕੇ ਉਹ ਜਾਨਵਰ ਲਈਏ? ਇਹ ਜੀ ਜਿਹੜਾ ਤੁਸੀਂ ਈਦ ਵਾਸਤੇ ਜਾਨਵਰ ਲੈਣਾ ਹੈ ਉਹਦੀ ਖਰੀਦਦਾਰੀ ਤੇ ਪੂਰੇ ਪੰਜਾਬ 'ਚ ਜ਼ਿਆਦਾਤਰ ਚੋਲਿਸਤਾਨੀ ਬਛੜਾ ਜਿਹੜਾ ਜਿਹਨੂੰ ਸਾਹੀਵਾਲ ਨਸਲ ਕਿਹਾ ਜਾਂਦਾ ਉਹ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੁਲਤਾਨ ਮੰਡੀ ਹੈ ਜਾਂ ਬਹਾਵਲਪੁਰ ਹੈ ਜਾਂ ਲਾਹੌਰ ਮੰਡੀ ਹੈ, ਇਸ ਤੋਂ ਇਲਾਵਾ ਹਾਸਲਪੁਰ ਹੈ। ਮੁxtਲਿਫ ਪੂਰੇ ਪੰਜਾਬ 'ਚ ਜਨੂਬੀ ਪੰਜਾਬ ਜਿੰਨਾ ਸਾਰਾ ਬਛੜੇ ਦਾ ਗੜ੍ਹ ਹੈ ਜਿੱਥੋਂ ਤੁਹਾਨੂੰ ਬਿਹਤਰੀਨ ਕਿਸਮ ਦੇ ਹਰ ਨਸਲ ਅੱਛੀ ਤੋਂ ਅੱਛੀ ਨਸਲ ਜਿਹੜੀ ਹੈ ਉੱਥੋਂ ਮਿਲ ਸਕਦੀ ਹੈ। ਔਰ ਕੋਸ਼ਿਸ਼ ਕਰੋ ਕਿ ਜਿਹੜਾ ਜੇ ਤੁਸੀਂ ਕਮ ਸੇ ਕਮ ਬਛੜਾ ਖਰੀਦਣ ਲੱਗੇ ਹੋ, ਇਹ ਦੇਖੋ ਕਿ ਕਮ ਸੇ ਕਮ ਬਛੜੇ ਦੀ ਹਾਈਟ ਕਿੰਨੀ ਹੈ, ਉਹਦੀ ਖੂਬਸੂਰਤੀ ਕੀ ਹੈ, ਉਹਦੇ 'ਚ ਕੋਈ ਐਬ ਤੇ ਨਹੀਂ, ਉਹਦਾ ਕੋਈ ਕੰਨ ਤੇ ਨਹੀਂ ਖਰਾਬ ਜਾਂ ਕੋਈ ਹੋਰ ਕੋਈ ਮਸਲਾ ਤੇ ਨਹੀਂ ਐਸਾ ਜਿਹੜਾ ਕਿ ਕੁਰਬਾਨੀ ਤੇ ਨਹੀਂ ਲੱਗਦਾ। ਖਰੀਦਣ ਲੱਗਿਆ ਕੁਰਬਾਨੀ ਦਾ ਮਾਲ ਖਰੀਦਣ ਲੱਗਿਆ ਜਿਹੜੀਆਂ ਉਹਦੀਆਂ ਕੁਰਬਾਨੀ ਦੀਆਂ ਹੈ ਨੇ ਉਹ ਪੂਰੀਆਂ ਦੇਖੋ ਬਕਾਇਆ। ਉਸ ਤੋਂ ਬਾਅਦ ਉਹਦਾ ਰੰਗ ਦੇਖੋ, ਉਹਦੀ ਖੂਬਸੂਰਤੀ ਦੇਖੋ, ਬਛੜੇ ਦਾ ਕੱਦ ਦੇਖੋ ਔਰ ਇਨਸ਼ਾਅੱਲਾ ਜਦੋਂ ਤੁਸੀਂ ਉਹਨੂੰ ਲਿਆ ਕੇ ਉਹਦੀ ਸੇਵਾ ਕਰੋਗੇ, ਉਹਦੀ ਆਪਣਾ ਜ਼ਿਆਦਾ ਅੱਛੀ ਤੁਸੀਂ ਉਹਦੀ ਕੇਅਰ ਕਰੋਗੇ ਤੇ ਅੱਲਾਹ ਪਾਕ ਉਹਦਾ ਰਿਜ਼ਕ ਦਿੰਦਾ ਇਨਸ਼ਾਅੱਲਾ। ਤੇ ਸਰ ਜਿਹੜੇ ਕੁਰਬਾਨੀ ਵਾਸਤੇ ਜਾਨਵਰ ਤਿਆਰ ਕਰਨੇ ਨੇ ਉਹ ਕਿਹੜੀ ਨਸਲ ਹੈ ਜਿਹਦੀ ਜ਼ਿਆਦਾ ਮੰਗ ਹੈ? ਤੁਸੀਂ ਜ਼ਿਕਰ ਕੀਤਾ ਸਾਹੀਵਾਲ ਵੀ, ਚੋਲਿਸਤਾਨੀ ਵੀ, ਤੁਸੀਂ ਕਿਹੜੀ ਨਸਲ ਬਿਹਤਰ ਸਮਝਦੇ ਹੋ? ਜਨਾਬ ਕੁਰਬਾਨੀ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਸਾਹੀਵਾਲ ਨਸਲ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਉਹਦੇ ਵਿੱਚ ਵਾਈਟ ਕਲਰ ਹੋ ਗਿਆ, ਉਹਦੇ 'ਚ ਬਰਾਊਨ ਕਲਰ ਹੈ, ਉਸ ਤੋਂ ਬਾਅਦ ਰੈੱਡ ਕਲਰ ਹੈ ਜਾਂ ਬਲੈਕ ਕਲਰ ਹੈ। ਜੀ ਜੀ, ਇਹ 4 ਕਲਰ ਜ਼ਿਆਦਾ ਇਸਤੇਮਾਲ ਕੀਤੇ। ਉਸ ਤੋਂ ਬਾਅਦ ਚੀਨਾ, ਲਾਲ ਚੀਨਾ ਹੋ ਜਾਵੇ ਜਾਂ ਕਾਲਾ ਚੀਨਾ ਹੋ ਜਾਵੇ, ਇਹ ਤੇ ਕਲਰ ਨੇ। ਲੇਕਿਨ ਜਿਹੜੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਉਹ ਰੰਗ ਸਫੈਦ, ਕਾਲਾ ਤੇ ਲਾਲ, ਰੈੱਡ ਬਰਾਊਨ ਕਲਰ ਜਿਹਨੂੰ ਕਿਹਾ ਜਾਂਦਾ ਹੈ, ਉਹ ਜ਼ਿਆਦਾ ਪਸੰਦ ਕੀਤਾ ਜਾਂਦਾ। ਉਸ ਤੋਂ ਇਲਾਵਾ ਸਾਡੇ ਕੋਲ ਮਾਸ਼ਾਅੱਲਾ ਦੇਖੋ ਇਹ ਵਾਈਟ ਖੜਾ ਹੈ, ਇਹਦੇ ਨਾਲ 골ਡਨ ਹੈ, ਉਹ ਲਾਲ ਹੈ, ਅੱਗੇ ਲਾਲ ਚੀਨਾ ਹੈ। ਇਸ ਤਰ੍ਹਾਂ ਸਾਡੇ ਕੋਲ ਬੇਬਹਾਰ ਅਲਹਮਦੁਲਿਲਾ ਸਾਡੇ ਕੋਲ 150-200 ਬੱਚੇ ਦੀ ਕਪੈਸਿਟੀ ਹੁੰਦੀ ਹੈ ਜਿਹੜੀ ਕਿ ਅਲਹਮਦੁਲਿਲਾ ਅਸੀਂ ਇਸ ਤਰ੍ਹਾਂ ਈਦ ਦੇ ਉੱਤੇ ਤਿਆਰ ਕਰਨੇ ਆ ਤੇ ਜਿਹੜਾ ਬਾਅਦ ਫਰੋਖਤ ਹੁੰਦਾ ਮਾਸ਼ਾਅੱਲਾ। ਤੇ ਸਰ ਆਮ ਆਦਮੀ ਨੂੰ ਕਿੰਜ ਅੰਦਾਜ਼ਾ ਹੋਏਦਾ ਕਿ ਜਿਹੜਾ ਬੱਚਾ ਮੈਂ ਲੈਣਾ ਪਿਆ ਉਹ ਕੱਲ ਨੂੰ ਗਰੋਥ ਵੀ ਅੱਛੀ ਕਰੇਦਾ, ਮੈਨੂੰ ਫਾਇਦਾ ਦੇਦਾ? ਅੱਛੇ ਬੱਚੇ ਦੀਆਂ ਕੋਈ ਚੰਦ ਇੱਕ ਨਿਸ਼ਾਨੀਆਂ? ਅੱਛਾ ਬੱਚਾ ਜਿਹੜਾ ਕੋਸ਼ਿਸ਼ ਕਰੋ ਕਿ ਸਾਹੀਵਾਲ ਨਸਲ 'ਚ ਹੋਵੇ, ਉਹਦੇ ਹੱਡ ਪੈਰ ਖੁੱਲੇ ਹੋਣ, ਉਹਦਾ ਕੱਦ ਉੱਚਾ ਹੋਵੇ। ਦੇਖੋ ਜੀ, ਸਾਡੇ ਜਿਹੜੇ ਉਸਤਾਦ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ, ਉਹਨਾਂ ਨੇ ਇਹ ਚੀਜ਼ ਦੱਸੀ ਹੈ ਕਿ ਅਗਰ ਬਛੜਾ ਹੈ ਉਹਦੀ ਹੱਡੀ ਵਧਾਉਣਾ ਮੁਸ਼ਕਲ ਹੁੰਦਾ। ਹੱਡੀ ਵਧੀ ਹੋਵੇ ਉਹਦੇ ਉੱਤੇ ਮਾਸ ਚੜਾਉਣਾ ਜਿਹੜਾ ਨਾ ਉਹ ਆਸਾਨ ਹੁੰਦਾ ਬਨਿਸਬਤ ਕਿ ਉਹਦੀ ਹੱਡੀ
ਜਿੱਡਾ ਛੋਟਾ ਬੱਚਾ ਲਵੋਗੇ ਉਹਦੀ ਹੱਡੀ ਵੱਡੀ ਕਰਦਿਆਂ ਟਾਈਮ ਲੱਗਦਾ ਤੇ ਜਦੋਂ ਤੁਸੀਂ ਵੱਡੀ ਹੱਡੀ ਉਹਦੀ ਉੱਚਾ ਕੱਦ ਦੇ ਉਹਦਾ ਹੱਡ ਪੈਰ ਖੁੱਲਾ ਤੁਸੀਂ ਜ਼ਾਹਰੀ ਗੱਲ ਹੈ ਉਹਦੀ ਸੇਵਾ ਕਰੋਗੇ ਉਹਨੂੰ ਅੱਛੀ ਖੁਰਾਕ ਦਿਓਗੇ ਉਹ ਉਸ ਹਿਸਾਬ ਨਾਲ ਜਿਹੜਾ ਨਾ ਉਹ ਆਪਣੀ ਫੈਟਨਿੰਗ ਕਰੇਗਾ ਔਰ ਜ਼ਿਆਦਾ ਖੂਬਸੂਰਤ ਹੋਏਗਾ ਔਰ ਤੁਹਾਨੂੰ ਜ਼ਿਆਦਾ ਮੁਨਾਫਾ ਬਖਸ਼ ਹੋਏਗਾ। ਜ਼ਬਰਦਸਤ ਸਰ, ਤੁਸੀਂ ਬੜਾ ਅੱਛਾ ਪੁਆਇੰਟ ਦੱਸਿਆ, ਯਾਨੀ ਕਿ ਜਿਹੜਾ ਜਾਨਵਰ ਖੁੱਲੇ ਹੱਡ ਪੈਰਾਂ ਵਾਲਾ ਜ਼ਿਆਦਾ ਡੀਐਲ ਹੈ ਉਹ ਲਵੋ ਜੀ। ਅਲਹਮਦੁਲਿਲਾ ਜਿਹੜਾ ਖੁੱਲੇ ਹੱਡ ਪੈਰ ਵਾਲਾ ਜਿਹਦਾ ਕੱਦ ਉੱਚਾ ਹੈ ਜੀ ਜਿੱਦਾਂ ਕੱਦ ਉਹਦਾ ਉੱਚਾ ਹੈ ਉਹ ਅਗਰ ਥੋੜਾ ਜਿਹਾ ਲਿੱਸਾ ਹੈ ਥੋੜਾ ਜਿਹਾ ਕਮਜ਼ੋਰ ਵੀ ਹੈ ਉਹਦੀ ਤੁਸੀਂ ਆ ਕੇ ਉਹਦੀ ਡਿਵਰਮਿੰਗ ਕਰੋ ਉਹਦੀਆਂ ਜਿਹੜੀਆਂ ਵੈਕਸੀਨੇਸ਼ਨਾਂ ਨੇ ਸਾਰੀਆਂ ਪੂਰੀਆਂ ਕਰੋ ਔਰ ਉਸ ਤੋਂ ਬਾਅਦ ਉਹਨੂੰ ਅੱਛੀ ਖੁਰਾਕ ਦਿਓ ਔਰ ਤੁਹਾਨੂੰ ਅੱਛਾ ਜਿਹੜਾ ਨਾ ਮੁਨਾਫਾ ਦੇ। ਠੀਕ ਹੈ। ਤੇ ਸਰ ਜਿਹੜਾ ਤੁਸੀਂ ਈਦ ਵਾਸਤੇ ਜਾਨਵਰ ਤਿਆਰ ਕਰਨਾ ਹੈ ਉਹ ਕਿੰਨੀ ਉਮਰ ਦਾ ਲੈਣਾ ਹੈ ਤੇ ਉਹ ਕਿੰਨੇ ਦਾ ਮਿਲ ਜਾਣਾ ਹੈ? ਜੀ ਲੈਣ ਤੋਂ ਮੁਰਾਦ ਹੈ ਜਿਹੜੀ ਘੱਟ ਤੋਂ ਘੱਟ ਖਰੀਦਦਾਰੀ ਹੈ 60,000 ਤੋਂ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਉਸ ਤੋਂ ਉੱਤੇ ਤੁਸੀਂ ਫਿਰ ਜਿੱਥੇ ਮਰਜ਼ੀ ਚਲੇ ਜਾਓ 1.5 ਲੱਖ 2 ਲੱਖ 2.5 ਲੱਖ ਤੱਕ ਵੀ ਬੱਚਾ ਜਾਂਦਾ ਹੈ ਜੀ। ਜਿਹੋ ਜਿਹਾ ਬੱਚਾ ਉਹੋ ਜਿਹੇ ਪੈਸੇ ਹੁੰਦੇ ਨੇ ਲੇਕਿਨ ਕੋਸ਼ਿਸ਼ ਕਰੋ ਕਮ ਅਜ਼ ਕਮ ਜਿਹੜਾ ਬੱਚਾ ਹੈ ਜਦੋਂ ਤੁਸੀਂ ਲੈਣ ਲੱਗੇ ਹੋ ਦੇਖੋ ਪਿੱਛੇ ਕੁਰਬਾਨੀ 'ਚ ਵਕਤ ਕਿੰਨਾ ਹੈ ਜੀ। ਅਸਲ ਮੁਨਸਰ ਹੈ ਉਹਦੇ ਵਕਤ ਤੇ। ਜੇ ਅਗਰ ਪਿੱਛੇ 6 ਮਾਹ ਹੈ ਨੇ ਤੇ ਤੁਸੀਂ ਜਿਹੜਾ ਜਿਹਨੂੰ ਪੱਕਾ ਖੀਰਾ ਆਖਿਆ ਜਾਂਦਾ ਹੈ ਜਿਹਦਾ ਦੰਦ ਬਿਲਕੁਲ ਹਿੱਲਣ ਤੇ ਆਇਆ ਪਿਆ ਟੁੱਟ ਸਕਦਾ ਜਾਂ ਡਿੱਗ ਸਕਦਾ ਤੁਸੀਂ ਉਹ ਲਾ ਲਓ ਪ੍ਰੈਫਰ ਹੈ। ਲੇਕਿਨ ਜਦੋਂ ਤੁਸੀਂ ਛੋਟੀ ਈਦ ਲੰਘ ਜਾਂਦੀ ਹੈ ਪਿੱਛੇ 2 ਮਹੀਨੇ ਰਹਿ ਜਾਂਦੇ ਨੇ ਕੋਸ਼ਿਸ਼ ਕਰੋ ਉਹ ਬੱਚਾ ਲਵੋ ਜਿਹੜਾ ਦੋਂਦਾ ਹੋ ਗਿਆ ਜਿਹੜਾ ਪੱਕਾ ਖੀਰਾ ਹੈ ਉਹਦਾ ਰਿਸਕ ਹੈ ਜੀ। ਅਗਰ ਉਹ ਦੋਂਦਾ ਲੱਗ ਜਾਵੇ ਤੇ ਠੀਕ ਹੈ ਕਿਉਂਕਿ ਅਸੀਂ ਤੇ ਲੈਣਾ ਮੰਡੀ ਚੋਂ ਜੀ। ਜਿਸ ਬੰਦੇ ਦਾ ਘਰ ਦਾ ਰੱਖਿਆ ਹੋਵੇ ਉਹ ਤੇ 2 ਸਾਲ ਉਹਦੀ ਪਤਾ ਜੀ ਇਹਦੀ 2 ਸਾਲ ਪੂਰੀ ਹੈ ਜੀ ਏਜ ਤੇ ਉਹ ਤੇ ਕੁਰਬਾਨੀ ਤੇ ਲੱਗਦਾ ਉਹ ਅਸੀਂ ਕਹਿ ਸਕਦੇ ਹਾਂ ਲੇਕਿਨ ਅਸੀਂ ਮੰਡੀਆਂ ਚੋਂ ਮਾਲ ਖਰੀਦਨੇ ਆ ਲਿਹਾਜ਼ਾ ਉਹ ਬੱਚਾ ਖਰੀਦੋ ਕਿ ਜਿਹਦੀ ਦੋਂਦਾ ਬੱਚਾ ਹੋ ਚੁੱਕਿਆ ਈਦੋਂ ਛੋਟੀ ਤੋਂ ਬਾਅਦ ਅਗਰ ਉਸ ਤੋਂ ਪਹਿਲਾਂ ਕੋਈ 6 ਮਹੀਨੇ ਦਾ ਟਾਈਮ ਹੈ ਤਾਂ ਪੱਕਾ ਖੀਰਾ ਖਰੀਦੋ ਉਹ ਕੁਰਬਾਨੀ ਤੱਕ ਜਿਹੜਾ ਤਿਆਰ ਹੋ ਜਾਏਗਾ। ਠੀਕ ਹੈ। ਤੇ ਸਰ ਇਹ ਜਿਹੜਾ ਬੱਚਾ ਹੈ ਦੋਂਦਾ 2 ਸਾਲ ਦੀ ਉਮਰ 'ਚ ਲੱਗਦਾ ਜਾਂ ਕਿ ਪਹਿਲੇ ਲੱਗਦਾ ਹੈ? ਦੋਂਦਾ ਜੀ ਬੱਚਾ ਲੱਗਦਾ 2 ਸਾਲ ਦੀ ਉਮਰ 'ਚ। ਬਾਜ਼ ਬੱਚੇ 2 ਸਾਲ ਦੀ ਉਮਰ 'ਚ ਲੱਗਦੇ ਨੇ ਬਾਜ਼ ਬੱਚੇ ਜਿਹੜੇ ਨੇ ਉਹ 2.25 ਸਾਲ ਦੀ ਉਮਰ 'ਚ ਲੱਗਦੇ ਨੇ। ਲਿਹਾਜ਼ਾ ਕੋਸ਼ਿਸ਼ ਇਹ ਕਰੋ ਕਿ ਜਿਹੜਾ ਬੱਚਾ ਹੈ ਅਸਲ ਅਸੀਂ ਖਰੀਦਣਾ ਹੈ ਮਾਰਕੀਟ ਚੋਂ ਮੰਡੀਆਂ ਚੋਂ ਜੀ। ਮੰਡੀਆਂ ਦੇ ਵਿੱਚ ਸਾਨੂੰ ਨਹੀਂ ਪਤਾ ਇਸ ਬੱਚੇ ਦੀ ਉਮਰ ਕੀ ਹੈ ਉਹਦਾ ਪਤਾ ਲੱਗਦਾ ਦੰਦ ਤੋਂ। ਜਦੋਂ ਤੁਸੀਂ ਦੰਦ ਉਹਦਾ ਪੁੱਟ ਕੇ ਵੇਖੋਗੇ ਦੰਦ ਉਹਦਾ ਖੋਲ ਕੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਜੀ ਇਹ ਬੱਚਾ ਦੋਂਦਾ ਲੱਗੇਗਾ ਜਾਂ ਨਹੀਂ ਲੱਗੇਗਾ। ਅਗਰ 6 ਮਹੀਨੇ ਦੇ ਉਹਦਾ ਦੰਦ ਹਿਲਦਾ ਪਿਆ ਖੀਰਾ ਇਹਦਾ ਮਤਲਬ ਹੈ ਕਿ ਉਹ ਆਉਣ ਵਾਲੇ ਵਕਤ 'ਚ ਉਹਨੇ ਲੱਗ ਜਾਣਾ ਤੇ ਜੇ ਪਿੱਛੇ ਟਾਈਮ ਥੋੜਾ ਰਹਿ ਗਿਆ ਜਿਵੇਂ ਛੋਟੀ ਤੋਂ ਬਾਅਦ ਪਿੱਛੇ 2 ਮਹੀਨੇ ਨੇ 2.5 ਮਹੀਨੇ ਨੇ ਤੇ ਉਹਦੇ ਵਿੱਚ ਜਿਹੜਾ ਨਾ ਇਹੋ ਜਿਹਾ ਬੱਚਾ ਲੈਣਾ ਰਿਸਕ ਹੁੰਦਾ ਠੀਕ ਹੈ। ਲਿਹਾਜ਼ਾ ਉਦੋਂ ਜਿਹੜਾ ਤੁਸੀਂ ਬੱਚਾ ਲਵੋ ਦੋਂਦਾ ਤੇ ਫਿਰ ਤੁਸੀਂ ਜ਼ਿਆਦਾ ਕਾਮਯਾਬ। ਠੀਕ ਹੈ ਸਰ, ਮਾਸ਼ਾਅੱਲਾ ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦੇ ਰਹੇ ਹੋ। ਹੁਣ ਸਰ ਤੁਸੀਂ ਇਹ ਜਿਹੜੀ ਇਹਨਾਂ ਦੀ ਤਿਆਰੀ ਕਰਦੇ ਹੋ ਪਏ ਮਾਸ਼ਾਅੱਲਾ ਤੁਹਾਡੇ ਸਾਰੇ ਜਾਨਵਰ ਸਿਹਤਮੰਦ ਨੇ ਅੱਛੇ ਤਿਆਰ ਹੋਏ ਨੇ ਇਹਨਾਂ ਦੀ ਤਿਆਰੀ ਦੇ ਮੁਤਲਕ ਮੇਰੇ ਦੋਸਤਾਂ ਨੂੰ ਦੱਸੋ ਕਿ ਸ਼ੁਰੂ ਦਿਨ ਤੋਂ ਲੈ ਕੇ ਇਹਨਾਂ ਦੀ ਐਂਡ ਤੱਕ ਜਿਹੜੀ ਤਿਆਰੀ ਹੈ ਉਹ ਕਿਸ ਤਰੀਕੇ ਨਾਲ ਅੱਛੀ ਹੋ ਸਕਦੀ ਹੈ? ਇਹ ਜੀ ਤੁਸੀਂ ਸਭ ਤੋਂ ਪਹਿਲਾਂ ਤਿਆਰੀ ਦੇ ਹਵਾਲੇ ਨਾਲ ਕਿ ਜਦੋਂ ਤੁਸੀਂ ਬੱਚਾ ਮੰਡੀ ਚੋਂ ਖਰੀਦ ਲਿਆ ਤੁਸੀਂ ਲੈ ਕੇ ਆ ਗਏ ਹੋ ਆਪਣੇ ਫਾਰਮ ਤੇ ਪਹੁੰਚ ਗਿਆ ਖੈਰ ਖਰੀਅਤ ਨਾਲ ਸਭ ਤੋਂ ਪਹਿਲਾਂ ਉਹਦੀ ਹੁੰਦੀ ਹੈ ਡਿਵਰਮਿੰਗ ਉਸ ਤੋਂ ਬਾਅਦ ਉਹਨੂੰ ਵੈਕਸੀਨਾਂ ਨੇ ਜਿਹੜੀਆਂ ਕਿ ਚਿਚੜਾਂ ਦੀ ਵੈਕਸੀਨ ਹੈ ਜਾਂ ਫੁੱਟ ਐਂਡ ਮਾਊਥ ਜਿਹੜੇ ਮੂੰਹ ਖੁਰ ਜਿਹਨੂੰ ਆਖਿਆ ਜਾਂਦਾ ਉਹਦੀ ਵੈਕਸੀਨ ਹੈ। ਇਸ ਤੋਂ ਇਲਾਵਾ ਖੂਨ ਦੀਆਂ ਜਿਹੜੀਆਂ ਹੁੰਦੀਆਂ ਨੇ ਬਿਮਾਰੀਆਂ ਉਹਦੀ ਵੈਕਸੀਨ ਹੈ। ਸਭ ਤੋਂ ਪਹਿਲੇ ਤੇ ਸਾਰੀਆਂ ਵੈਕਸੀਨਾਂ ਪੂਰੀਆਂ ਕਰੋ। ਉਸ ਜਦੋਂ ਵੈਕਸੀਨ ਪੂਰੀ ਕਰੋਗੇ ਉਸ ਤੋਂ ਬਾਅਦ ਜਿਹੜਾ ਨਾ ਜਾਨਵਰ ਆਟੋਮੈਟਿਕ ਉਸ ਤੋਂ ਬਾਅਦ ਉਹਨੂੰ ਅੱਛੀ ਖੁਰਾਕ ਦਿਓ। ਅੱਛੀ ਖੁਰਾਕ ਤੋਂ ਮੁਰਾਦ ਇਹ ਵੇ ਕਿ ਤੁਸੀਂ ਇਹ ਜਿਹੜੀਆਂ ਅੱਜ ਕੱਲ ਬਾਜ਼ਾਰੀ ਵੰਡੇ ਨੇ ਕੋਸ਼ਿਸ਼ ਕਰੋ ਇਹ ਤੋਂ ਬਚੋ। ਵੰਡਾ ਤੁਸੀਂ ਆਪ ਤਿਆਰ ਕਰੋ ਉਹ ਸਭ ਤੋਂ ਬਿਹਤਰੀਨ ਹੈ। ਤੁਹਾਨੂੰ ਇਹ ਪਤਾ ਹੈ ਕਿ ਅਸੀਂ ਇਸ ਵੰਡੇ 'ਚ ਕੀ ਚੀਜ਼ ਪਾ ਰਹੇ ਹਾਂ ਮਕਈ ਕਿੰਨੀ ਹੈ ਤੋਰੀਆ ਕਿੰਨਾ ਹੈ ਕਨੋਲਾ ਕਿੰਨਾ ਹੈ ਸੋਇਆਬੀਨ ਹੈ ਜਾਂ ਜੋ ਚੀਜ਼ ਤੁਸੀਂ ਸਾਣਾ ਚੋਖਰ ਹੈ ਤੁਹਾਨੂੰ ਪਤਾ ਹੋਵੇ ਕਿ ਅਸੀਂ ਪਾ ਰਹੇ ਹਾਂ ਤੇ ਇਹ ਪਤਾ ਕਿ ਅਸੀਂ ਠੀਕ ਚੀਜ਼ ਪਾ ਰਹੇ ਹਾਂ ਜੀ। ਇੱਕ ਕੰਪਨੀ ਕੋ ਚੀਜ਼ ਕੁਝ ਤੁਸੀਂ ਲੈ ਰਹੇ ਹੋ ਉਹਨੂੰ ਕੀ ਪਤਾ ਹੈ ਤੁਹਾਨੂੰ ਉਹਨਾਂ ਨੇ ਤਾਂ ਜੋ ਤੁਹਾਨੂੰ ਬਣਾ ਕੇ ਦੇ ਦਿੱਤਾ ਤੁਸੀਂ ਉਹ ਲਿਆ ਕੇ ਪਾ ਦਿੱਤਾ। ਪਹਿਲੇ ਕੋਸ਼ਿਸ਼ ਕਰੋ ਕਿ ਤੁਸੀਂ ਖੁਰਾਕ ਆਪਣੀ ਤਿਆਰ ਕਰੋ ਉਹ ਸਭ ਨਾਲ ਬਿਹਤਰ ਹੈ। ਦੂਸਰੀ ਚੀਜ਼ ਹੁੰਦੀ ਹੈ ਇੱਕ ਜਾਨਵਰ ਨੂੰ ਪ੍ਰੋਟੀਨ ਅਸੀਂ ਕਿਸ ਚੀਜ਼ 'ਚੋਂ ਦੇਣੀ ਕਿਹੜੀ ਚੀਜ਼ ਹੈ ਉਹ ਕਿੰਨੀ ਪ੍ਰੋਟੀਨ ਹੈ ਤੁਹਾਡੇ ਇਲਮ 'ਚ ਹੋਣਾ ਚਾਹੀਦਾ ਹੈ ਕਿ ਅਗਰ ਮਕਈ ਉਹਦੇ 'ਚ ਕਿੰਨੇ % ਪ੍ਰੋਟੀਨ ਹੈ ਜਾਂ ਚਰੀ ਹੈ ਉਹਦੇ 'ਚ ਕਿੰਨੇ % ਪ੍ਰੋਟੀਨ ਹੈ ਜਾਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਇਸ ਤੋਂ ਇਲਾਵਾ ਜਿਹੜੇ ਚਾਰੇ ਨੇ ਜੈਸੇ ਜਿਸ ਤਰ੍ਹਾਂ ਹੈਗਾ ਜੀ ਬੇਮਿਸਾਲ ਚਾਰਾ ਸਦਾਬਹਾਰ ਚਾਰਾ ਨੈਟ ਗ੍ਰਾਸ ਹੈ ਰੋਡ ਗ੍ਰਾਸ ਹੈ
ਤੁਹਾਡੇ ਇਲਮ 'ਚ ਹੋਣਾ ਚਾਹੀਦਾ ਕਿ ਇਹਦੇ 'ਚ ਕਿੰਨੀ ਹੈਗੀ ਹੈ। ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਦਿਓ, ਇਨਸ਼ਾਅੱਲਾ ਇਹਦੇ 'ਚ ਬੜਾ ਅੱਛਾ ਤੁਹਾਨੂੰ ਫਾਇਦਾ ਮਿਲੇਗਾ। ਮਾਸ਼ਾਅੱਲਾ ਸਰ, ਤੁਸੀਂ ਬੜੀ ਅੱਛੀ ਗੱਲ ਕੀਤੀ ਕਿ ਜਿਹੜਾ ਵੰਡਾ ਹੈ ਉਹ ਖੁਦ ਤਿਆਰ ਕਰੋ। ਤੁਸੀਂ ਸਰ ਜਿਹੜਾ ਵੰਡਾ ਇਸਤੇਮਾਲ ਕਰਦੇ ਹੋ ਪੇ ਕਿਹੜੀਆਂ ਚੀਜ਼ਾਂ ਸ਼ਾਮਲ ਨੇ ਤੇ ਉਹਦੀ ਤਿਆਰੀ ਕਿੰਜ ਹੁੰਦੀ ਹੈ, ਤੇ ਫਿਰ ਤੁਸੀਂ ਜਿਹੜਾ ਫੀ ਬਚੜਾ ਹੈ ਉਹ ਕਿੰਨਾ ਵੰਡਾ ਇਸਤੇਮਾਲ ਕਰਦੇ ਹੋ ਡੇਲੀ ਬੇਸ ਤੇ? ਅਸੀਂ ਜੀ ਜਿਹੜਾ ਵੰਡਾ ਖੁਦ ਤਿਆਰ ਕਰਨੇ ਆ, ਉਹਦੇ ਵਿੱਚ ਮਕਈ ਹੈ, ਉਹਦੇ ਵਿੱਚ ਚੋਖਰ ਹੈ, ਉਹਦੇ ਵਿੱਚ ਤੋਰੀਆ ਹੈ, ਉਹਦੇ ਵਿੱਚ ਕਨੋਲਾ ਹੈ, ਉਹਦੇ ਵਿੱਚ ਰਾਈਸ ਪਾਲਿਸ਼ ਹੁੰਦੀ ਹੈ, ਉਹਦੇ ਵਿੱਚ ਮਿਨਰਲਸ ਨੇ, ਉਹਦੇ ਵਿੱਚ ਜਿਹੜੇ ਹੁੰਦੇ ਨੇ DCP ਪਾਊਡਰ ਵਗੈਰਾ ਸਾਰਾ ਕੁਝ ਹੁੰਦਾ ਹੈ। ਤੇ ਇਹ ਜਿਹੜਾ ਜਦੋਂ ਤਿਆਰ ਹੋ ਜਾਂਦਾ ਹੈ ਸਰਦੀਆਂ ਦੇ ਵਿੱਚ, ਜਦੋਂ ਸਰਦੀਆਂ ਆ ਜਾਂਦੀਆਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਦੀ ਤਾਸੀਰ ਗਰਮ ਹੈ ਉਹ ਤੁਸੀਂ ਵਧਾ ਦਿੰਦੇ ਹੋ। ਜੈਸੇ ਸ਼ੀਰਾ ਹੈ, ਉਹ ਗਰਮੀਆਂ ਦੇ ਵਿੱਚ, ਅੱਜ ਕੱਲ ਤਾਂ ਵੈਸੇ ਹੀ ਮੌਸਮ ਗਰਮ ਹੈ ਜੀ, ਜਾਨਵਰ ਜਿਹੜਾ ਉਹ ਮੰਗ ਰਿਹਾ ਕਿ ਠੰਡ ਹੋਵੇ, ਉਹਨੂੰ ਗਰਮੀ ਮਹਿਸੂਸ ਕਰ ਰਿਹਾ, ਲਿਹਾਜ਼ਾ ਉਦੋਂ ਸ਼ੀਰਾ ਬਿਲਕੁਲ ਕੱਟ ਕਰ ਦਿਓ। ਜਦੋਂ ਸਰਦੀਆਂ ਆ ਜਾਂਦੀਆਂ ਉਦੋਂ ਗਰਮੀ ਹੈ, ਉਹਦੇ 'ਚ ਐਸੀ ਚੀਜ਼ ਉਹਨਾਂ ਨੂੰ ਗਰਮ ਚੀਜ਼ ਚਾਹੀਦੀ ਹੈ, ਉਹਦੇ ਵਾਲੇ ਜਿਹੜੀ ਚੀਜ਼ ਤੁਹਾਨੂੰ ਸਮਝ ਆ ਰਹੀ ਕਿ ਯਾਰ ਇਸ ਚੀਜ਼ ਦੀ ਤਾਸੀਰ ਗਰਮ ਹੈ, ਉਹ ਤੁਸੀਂ ਉਹਦੀ ਜ਼ਿਆਦਾ ਵਧਾ ਦਿਓ। ਉਹ ਜਿਹੜੇ ਨਾ ਬੜਾ ਬਿਹਤਰੀਨ ਤੁਹਾਨੂੰ ਰਿਜ਼ਲਟ ਦੇਗਾ। ਔਰ ਅਸੀਂ ਜਿਹੜਾ ਵੰਡਾ ਤਿਆਰ ਕਰ ਰਹੇ ਹਾਂ, ਫੀ ਜਾਨਵਰ ਕਮ ਸੇ ਕਮ 2 ਕਿਲੋ ਵੰਡਾ ਲਾਜ਼ਮੀ ਪਾਣਾ ਚਾਹੀਦਾ। ਇੱਕ ਦਿਨ ਦਾ ਜਾਂ ਇੱਕ ਟਾਈਮ ਦਾ? ਇੱਕ ਦਿਨ ਦਾ। ਇੱਕ ਦਿਨ 'ਚ ਕਮ ਸੇ ਕਮ 2 ਕਿਲੋ ਪੈਣਾ ਚਾਹੀਦਾ। ਅਗਰ ਤੁਸੀਂ 2 ਟਾਈਮ ਪਾ ਰਹੇ ਹੋ, ਸਵੇਰ ਕੋ ਕਿਲੋ ਪਾਓ, ਕਿਲੋ ਸ਼ਾਮ ਨੂੰ ਪਾਓ। 2 ਕਿਲੋ ਦੇ ਉੱਤੇ ਤੁਸੀਂ 3 ਕਿਲੋ 4 ਕਿਲੋ ਤੱਕ ਜਾ ਸਕਦੇ ਹੋ, ਲੇਕਿਨ ਇਸ ਤੋਂ ਜ਼ਿਆਦਾ ਪਾਓਗੇ ਤੇ ਜਾਨਵਰ ਜਿਹੜਾ ਉਹ ਪੂਰਾ ਉਸੇ ਤਰ੍ਹਾਂ ਨੂੰ ਹਜ਼ਮ ਨਹੀਂ ਕਰ ਸਕੇਗਾ, ਲਿਹਾਜ਼ਾ ਉਹਨੂੰ ਉਸੇ ਤਰ੍ਹਾਂ ਜਿਹੜਾ ਵੇਸਟ ਕਰੇਗਾ। ਠੀਕ ਹੈ ਸਰ, ਵੰਡੇ ਦੇ ਇਲਾਵਾ ਕਿਸੇ ਹੋਰ ਚੀਜ਼ ਦਾ ਵੀ ਕਿਰਦਾਰ ਹੈ ਇਹਨਾਂ ਦੀ ਗਰੋਥ ਵਿੱਚ? ਜੀ ਵੰਡੇ ਤੋਂ ਬਾਅਦ ਤੇ ਸਬਜ਼ ਚਾਰਾ ਆ ਜਾਂਦਾ ਹੈ। ਸਬਜ਼ ਚਾਰਾ ਅਗਰ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ, ਉਸ ਤੋਂ ਬਾਅਦ ਤੁਸੀਂ ਸੈਲੇਜ, ਮਕਈ ਦਾ ਸੈਲੇਜ ਇਸਤੇਮਾਲ ਕਰੋ। ਉਸ ਤੋਂ ਬਾਅਦ ਚੁਕੰਦਰ ਦਾ ਸੈਲੇਜ ਹੈ, ਉਸ ਤੋਂ ਬਾਅਦ ਆਲੂ ਹੈ, ਗਾਜਰ ਹੈ। ਮਸਲਨ ਜਿਹੜੀ ਚੀਜ਼ ਤੁਸੀਂ ਸਮਝਦੇ ਹੋ ਕਿ ਯਾਰ ਸਾਡੇ ਕੋਲ ਆਸਾਨੀ ਨਾਲ ਅਵੇਲੇਬਲ ਹੋ ਸਕਦੀ, ਤੁਹਾਨੂੰ ਮਿਲ ਸਕਦੀ, ਉਹ ਇਸਤੇਮਾਲ ਕਰੋ। ਠੀਕ ਹੈ, ਉਹ ਬਿਹਤਰੀਨ ਤੁਹਾਨੂੰ ਗਰੋਥ ਦੇਗੀ। ਸਰ ਆਖਰੀ ਸਵਾਲ ਹੈ, ਤੁਸੀਂ ਜਿਹੜਾ ਬੱਚਾ ਲੈਂਦੇ ਹੋ ਉਹਨੂੰ ਕਿੰਨੇ ਮਾਹ ਰੱਖਦੇ ਹੋ, ਉਹਦੇ ਉੱਤੇ ਕਿੰਨਾ ਖਰਚਾ ਹੁੰਦਾ ਹੈ ਤੇ ਉਹ ਇੰਨਾ ਕੁਝ ਕਰਨ ਤੋਂ ਬਾਅਦ ਕਿੰਨਾ ਪ੍ਰੋਫਿਟ ਦੇ ਜਾਂਦਾ ਹੈ? ਇਹ ਥੋੜਾ ਜਿਹਾ ਸਵਾਲ ਹੈ। ਇਹ ਆਪਣੇ ਤੁਸੀਂ ਕਹਿ ਸਕਦੇ ਹੋ ਆਪਣੀ ਮਿਹਨਤ ਲੈਣੀ, ਕਿਉਂਕਿ ਵੱਛਾ ਜਦੋਂ ਲੈਣ ਜਾਂਦੇ ਆ ਅਸੀਂ ਮਾਰਕੀਟ 'ਚ, ਅਸੀਂ ਛੋਟੇ ਤੋਂ ਛੋਟਾ ਵੱਛਾ ਵੀ ਖਰੀਦਨੇ ਆ ਤੇ ਵੱਡੇ ਤੋਂ ਵੱਡਾ ਵੀ ਖਰੀਦਨੇ ਆ। ਲਿਹਾਜ਼ਾ ਇਹ ਤੁਹਾਡੀ ਆਪਣੀ ਪਹੁੰਚ ਹੈ। ਤੁਸੀਂ 60,000 ਤੋਂ ਲੈ ਕੇ ਭਾਵੇਂ ਤੁਹਾਨੂੰ ਪਹਿਲੇ ਦੱਸਿਆ 2 ਲੱਖ ਤੱਕ ਵੱਛਾ ਲਾ ਲਵੋ, ਉਹ ਤੁਹਾਡੀ ਆਪਣੀ। ਬਕਾਇਆ ਰਹਿ ਗਈ ਅਸੀਂ ਰੱਖਣ ਦੀ। ਜਦੋਂ ਅਸੀਂ ਮਾਰਕੀਟ 'ਚ ਦਿੰਦੇ ਆ ਫੈਕਟਰੀਆਂ ਨੂੰ, ਉਹ ਤਾਂ ਸਾਡਾ 3 ਤੋਂ 4 ਮਹੀਨੇ ਦਾ ਟਨਿਓਰ ਹੈ। ਅਸੀਂ ਉਹਦੇ ਦੌਰਾਨ ਜਿਹੜਾ ਅਸੀਂ ਉਹ ਵੱਛਾ ਤਿਆਰ ਕਰਕੇ ਉਹਨੂੰ ਬਿਹਤਰੀਨ ਕਰਕੇ ਅਸੀਂ ਉਹਨੂੰ ਜਿਹੜਾ ਫੈਕਟਰੀ ਨੂੰ ਦੇ ਦਿੰਦੇ ਆ। ਲੇਕਿਨ ਜਿਹੜਾ ਕੁਰਬਾਨੀ ਵਾਸਤੇ ਰੱਖਨੇ ਆ ਉਹ ਅਸੀਂ 6 ਮਹੀਨੇ ਵੀ ਰੱਖ ਲੈਂਦੇ ਆ, ਉਹ ਅਸੀਂ 3 ਮਹੀਨੇ ਵੀ ਰੱਖਨੇ ਆ, ਅਸੀਂ 2 ਮਹੀਨੇ ਵੀ ਰੱਖਨੇ ਆ। ਔਰ ਇਹਦੀ ਮੁਨਾਫੇ ਦੀ ਗੱਲ ਤੁਸੀਂ ਦੱਸ ਰਹੇ ਹੋ ਤੇ ਉਹ ਇਹ ਵੇ ਕਿ ਜਿੰਨਾ ਤੁਸੀਂ ਅੱਛਾ ਵੱਛਾ ਤਿਆਰ ਕਰੋਗੇ ਉਨਾ ਅੱਛਾ ਮੁਨਾਫਾ ਮਿਲ ਜਾਏਗਾ। ਠੀਕ ਹੈ, ਕੋਈ ਥੋੜਾ ਬਹੁਤਾ ਐਸਟੀਮੇਟ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਅੰਦਾਜ਼ਾ ਹੋਈਏ? ਗੱਲ ਤੇ ਤੁਹਾਡੀ ਬਜਾਏ ਕਿ ਜਿੰਨਾ ਗੁੜ ਪਾਣਾ ਹੈ ਉਨਾ ਹੀ ਸਿਲਾ ਮਿਲਣਾ ਜਿੰਨੀ ਮਿਹਨਤ ਕਰੋ ਦੇ। ਜੀ ਬਿਲਕੁਲ। 5 ਤੋਂ 10,000 ਰੁਪਏ ਵੱਛਾ ਅਗਰ ਤੁਸੀਂ ਫੈਕਟਰੀ 'ਚ ਦੇ ਰਹੇ ਹੋ ਤੇ ਆਰਾਮ ਨਾਲ ਤੁਹਾਨੂੰ ਛੱਡਦਾ। ਉਹ 3 ਮਾਹ ਵਾਲਾ? 3 ਮਾਹ ਵਾਲਾ। ਜਿਹੜਾ ਈਦ ਵਾਲਾ ਹੈ? ਜਿਹੜਾ ਈਦ ਵਾਲਾ ਉਹ ਜਿੰਨੀ ਤੁਸੀਂ ਖੂਬਸੂਰਤੀ ਹੈ ਉਹਦੀ, ਜਿੰਨੀ ਉਹਦੀ ਮਿਹਨਤ ਹੈ, ਉਹ ਤੁਹਾਨੂੰ 10,000 ਤੋਂ ਲੈ ਕੇ 50,000 ਤੱਕ ਵੀ ਵੱਛਾ ਛੱਡ ਦਿੰਦਾ। ਮਾਸ਼ਾਅੱਲਾ। ਜੀ ਸਰ ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾਨਵਰ ਈਦ ਵਾਸਤੇ ਦਸਤਿਆਬ ਨੇ ਤੇ ਉਹਨਾਂ ਦੀ ਕਮ ਸੇ ਕਮ ਕਿੰਨੀ ਕੀਮਤ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਹੈ, ਕਿਉਂਕਿ ਜਿਹੜੇ ਦੋਸਤ ਤੁਹਾਡੇ ਕੋਲ ਜਾਨਵਰ ਖਰੀਦਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਰਾਬਤਾ ਕਰਕੇ ਜਾਨਵਰ ਲੈ ਸਕਣ? ਜੀ ਮੇਰੇ ਕੋਲ ਇਸ ਟਾਈਮ ਜਿਹੜਾ ਕੋਈ 150 ਦੇ ਕਰੀਬ ਬੱਚਾ ਜਿਹੜਾ ਮੇਰੇ ਕੋਲ ਮੌਜੂਦ ਹੈ। ਠੀਕ ਹੈ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਛੋਟੇ ਤੋਂ ਛੋਟਾ 60-70 ਹਜ਼ਾਰ ਤੋਂ ਲੈ ਕੇ ਤੇ ਸਾਡੇ ਕੋਲ 2 ਲੱਖ 2.5 ਲੱਖ ਤੱਕ ਵੀ ਬੱਚਾ ਮੌਜੂਦ ਹੈ। ਲਿਹਾਜ਼ਾ ਅਸੀਂ ਜਿਹੋ ਜਿਹਾ ਕੁਝ ਗਾਹਕ ਡਿਮਾਂਡ ਕਰੇਗਾ ਇਨਸ਼ਾਅੱਲਾ ਅਸੀਂ ਉਹ ਦੇਣੇ ਆ। ਔਰ ਅਸੀਂ ਇਸ ਟਾਈਮ ਬੈਠੇ ਹਾਂ ਡਿਸਟ੍ਰਿਕਟ ਨਾਰੋਵਾਲ 'ਚ। ਲਿਹਾਜ਼ਾ ਸਾਨੂੰ ਡਿਸਟ੍ਰਿਕਟ ਨਾਰੋਵਾਲ, ਤਹਿਸੀਲ शकरगढ़, ਗੁਜਰਾਂਵਾਲਾ ਔਰ ਸਿਆਲਕੋਟ, ਇਹ ਤਕਰੀਬਨ ਜ਼ਿਆਦਾ ਸ਼ਹਿਰ ਜਿਹੜੇ ਨੇ ਇਹ ਮੇਰੇ ਕੋਲ ਆਉਂਦੇ ਨੇ। ਔਰ ਅਲਹਮਦੁਲਿਲਾ ਇੱਥੇ ਬਹਿ ਕੇ, ਇੱਥੇ ਮੈਂ ਇੱਕ ਪਿੰਡ ਦੇ ਵਿੱਚ ਛੋਟਾ ਜਿਹਾ ਪਿੰਡ ਹੈ, ਉੱਥੇ ਬਹਿ ਕੇ ਅਲਹਮਦੁਲਿਲਾ ਇੰਨਾ ਕੰਮ ਕਰ ਰਿਹਾ। ਸੁਮਾ ਅਲਹਮਦੁਲਿਲਾ। ਮਾਸ਼ਾਅੱਲਾ। ਤੇ ਸਰ ਜਨਾਬ ਦਾ ਕੋਈ ਮੋਬਾਈਲ ਨੰਬਰ? ਜੀ ਮੇਰਾ ਮੋਬਾਈਲ ਨੰਬਰ WhatsApp ਨੰਬਰ ਹੈ 0321 42 23 991 0321 422 3991। ਸਰ ਜਿਹੜੇ ਦੋਸਤ ਵੀਡੀਓ ਦੇਖਦੇ ਨੇ ਪਏ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ? ਜੀ ਅਲਹਮਦੁਲਿਲਾ ਜਿਹੜਾ ਕੰਮ ਲੋਕ ਕਰਨਾ ਚਾਹੁੰਦੇ ਨੇ, ਮੈਂ ਫਿਰ ਮਸ਼ਵਰਾ ਦੇ ਰਿਹਾ ਕਿ ਕੋਈ ਵੀ ਕੰਮ ਹੈ ਜਿਹਦੇ ਵਿੱਚ ਤੁਸੀਂ ਮਿਹਨਤ ਕਰ ਰਹੇ ਹੋ ਉਹਦੇ 'ਚ ਅੱਲਾਹ ਪਾਕ ਰਿਜ਼ਕ ਦਿੰਦਾ ਹੈ। ਅਲਹਮਦੁਲਿਲਾ ਮੈਨੂੰ ਇਹਦੇ 'ਚ ਰਿਜ਼ਕ ਅੱਲਾਹ ਦੇ ਰਿਹਾ। ਮੈਂ ਨਹੀਂ ਕਹਾਂਗਾ ਕਿ ਇਹ ਬੁਰਾ ਹੈ,
ਕੰਮ ਕੋਈ ਵੀ ਹੈ ਬੁਰਾ ਕੋਈ ਵੀ ਨਹੀਂ ਹੁੰਦਾ, ਸਿਰਫ ਕੀ ਉਹਦੇ ਚ ਤੁਸੀਂ ਮਿਹਨਤ ਕਰੋਗੇ, ਜਿੰਨੀ ਮਿਹਨਤ ਕਰੋਗੇ ਅੱਲਾਹ ਪਾਕ ਤੁਹਾਨੂੰ ਉਨਾ ਹੀ ਉਹਦੇ ਚ ਰਿਜ਼ਕ ਦੇਗਾ। ਔਰ ਅਲਹਮਦੁਲਿਲਾ ਅੱਛਾ ਕੰਮ ਹੈ, ਬੁਰਾ ਨਹੀਂ ਹੈਗਾ। ਜੀ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੀ ਅਹਿਮ ਤੇ ਕੀਮਤੀ ਗੁਫ਼ਤਗੂ ਕੀਤੀ ਹੈ। ਯਕੀਨ ਮੰਨੋ ਤੁਸੀਂ ਦਿਲ ਖੁਸ਼ ਕੀਤਾ ਹੈ, ਤੇ ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ ਯਕੀਨਨ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਏਗਾ। ਬਹੁਤ ਸ਼ੁਕਰੀਆ ਸਰ, ਅੱਲਾਹ ਹਾਫਿਜ਼। ਬਹੁਤ ਸ਼ੁਕਰੀਆ ਤੁਹਾਡਾ ਵੀ, ਤੇ ਨਾਲ तमाम ਦੇਖਣ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ। ਤੁਸੀਂ ਸਾਡੇ ਫਾਰਮ ਤੇ ਆਏ ਹੋ ਤੇ ਤੁਸੀਂ ਸਾਨੂੰ ਖਿਦਮਤ ਦਾ ਮੌਕਾ ਦਿੱਤਾ ਹੈ। ਸਦਕਾ ਜਾਰੀ ਹੈ ਜੀ, ਜਿਹੜਾ ਦੇਖੇਗਾ ਉਹ ਇਸ ਕੰਮ ਨੂੰ ਕਰਨਾ ਚਾਹੇ ਤੇ 100 ਬਿਸਮਿਲ੍ਲਾ ਕਰ ਸਕਦਾ ਹੈ। ਜੀ ਜੀ। ਇਸ ਤੋਂ ਇਲਾਵਾ ਅਗਰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੋਏ, ਕੋਈ ਮਸ਼ਵਰੇ ਦੀ, ਉਹ ਮੇਰੇ ਨੰਬਰ ਤੇ ਕਾਲ ਕਰੇ, ਇਨਸ਼ਾਅੱਲਾ ਫੀ ਸਬੀਲਿल्लाह ਅੱਛਾ ਮਸ਼ਵਰਾ ਦੇਵਾਂਗੇ। ਜੀ ਸਰ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼। अस्सलाम वालेकुम।